ਜੱਟ ਨਾ ਬਰਾਬਰ ਬੋਲੇ ਜੱਟੀਏ ਦੇ ਦਬਕਾ ਜੱਟ ਨਾ ਤਾਂ ਇੱਥੋਂ ਆ ਕੇ ਬਹੁਤ ਜਿਹੜੀਆਂ ਚੀਜ਼ਾਂ ਨੇ ਉਹ ਨਵੀਆਂ ਸਿੱਖੀਆਂ ਨੇ। ਤੁਸੀਂ ਕਿਵੇਂ ਬੋਲੀ ਚੱਕਣੀਆਂ, ਕਿਵੇਂ ਨਾਲ ਦੇ ਸਾਥੀ ਨਾਲ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨਸ ਨੇ ਉਹ ਕਿਵੇਂ ਦੇਣੇ ਨੇ, ਮਤਲਬ ਕਿਹੜੀ ਬੋਲੀ ਤੁਸੀਂ ਕਿਵੇਂ ਹਾਵ ਭਾਵ ਕਰਨੇ ਨੇ। ਇੱਥੇ ਰਹਿ ਕੇ ਜਿਹੜੀ ਸਭ ਤੋਂ ਵਧੀਆ ਚੀਜ਼ ਮੈਨੂੰ ਉਹ ਲੱਗਿਆ ਵੀ ਇੱਕ ਘਰ ਵਰਗਾ ਮਾਹੌਲ ਸੀਗਾ। ਸਾਉਣ ਮਹੀਨੇ ਸਿਰਫ ਉਹ ਕਹਿੰਦੇ ਵੀ ਸਾਨੂੰ ਚੂੜਾ ਪਾਉਣ ਦਾ ਸ਼ੌਂਕ ਆ, ਪਰ ਇਹਦੇ ਪਿੱਛੇ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਵੀ ਸਮਝਣਾ ਜ਼ਰੂਰੀ ਆ, ਕਿਉਂਕਿ ਉਹ ਚੂੜੇ ਦਾ ਰੰਗ ਸਾਰੀ ਜ਼ਿੰਦਗੀ ਬਰਕਰਾਰ ਰੱਖਣਾ ਜ਼ਰੂਰੀ ਆ। ਸਿਰਫ ਇੱਕ ਪਾਉਣਾ ਨਹੀਂ ਕਿ ਆਪਾਂ ਨੂੰ ਸੋਹਣਾ ਲੱਗਦਾ ਵਾ, ਉਹਦੇ ਪਿੱਛੇ ਬੜੀ ਵੱਡੀ ਕਹਾਣੀ ਹੁੰਦੀ ਆ, ਉਹ ਸਮਝਣੀ ਚਾਹੀਦੀ ਆ, ਜੋ ਕਿ ਅੱਜ ਕੱਲ੍ਹ ਕੁੜੀਆਂ ਦੇ ਵਿੱਚ ਘਟਦੀ ਜਾ ਰਹੀ ਆ। ਵੇ ਪੀਂਗਾ ਪਾਈਆਂ ਜੇ ਉਸ ਸਮੇਂ ਤੇ ਝਾਤ ਮਾਰੀਏ ਤੇ ਇਸ ਸਮੇਂ ਦੇ ਵਿੱਚ ਦੇਖੀਏ ਤਾਂ ਉਹ ਬੋਲੀਆਂ ਉਹ ਗੀਤ ਸਾਨੂੰ ਸਿਖਾਉਂਦੇ ਨੇ ਵੀ ਅਸੀਂ ਉਦੋਂ ਕਿੰਨੇ ਸਾਨੂੰ ਸਟਰਗਲ ਉਦੋਂ ਕਿੰਨੀ ਜ਼ਿਆਦਾ ਸੀ, ਹੁਣ ਅਸੀਂ ਫਿਰ ਵੀ ਸਾਨੂੰ ਬਹੁਤ ਕੁਝ ਮਿਲ ਰਿਹਾ, ਸਾਡੇ ਮਾਪੇ ਬਹੁਤ ਕੁਝ ਦੇ ਰਹੇ ਨੇ। ਧੀਆਂ ਨੂੰ ਦੇਖੋ ਤੁਸੀਂ ਨਣਾਨੇ ਵੇਈ ਮਾਨੇ ਅੱਖਾਂ ਫੇਰ ਗੀਰ ਕਾਨੇ ਕਹੀ ਵੀਰ ਨੂੰ ਕਸੂਤੀ ਲੁੱਤੀ ਲਾਈ ਨਣ ਦੇ ਕਹੀ ਵੀਰ ਨੂੰ ਕਸੂਤੀ ਲੁੱਤੀ ਲਾਈ ਨਣ ਦੇ ਅੱਜ ਤੈ ਮੈਨੂੰ ਨੀ ਅੱਜ ਤੈ ਮੈਨੂੰ ਮਾਰ ਪਵਾਈ ਨਣ ਦੇ ਅੱਜ ਤੈ ਮੈਨੂੰ ਮਾਰ ਪਵਾਈ ਨਣ ਦੇ ਅੱਜ ਤੈ ਮੈਨੂੰ ਮਾਰ ਪਵਾਈ ਨਣ ਦੇ। ਸੌਣ ਮਹੀਨੇ ਮੀਂਹ ਪਿਆ ਪੈਂਦਾ ਉੱਚੀ ਪੀਂਗ ਚੜਾਵਾਂ ਪੇਕਿਓ ਮੇਰੇ ਆਈਆਂ ਝਾਂਜਰਾਂ ਪੈਰੀ ਪਾ ਛਣਕਾਵਾਂ ਸੌਣ ਦਿਆ ਬਦਲਾਵੇ ਮੈਂ ਤੇਰਾ ਜਸ ਗਾਵਾਂ ਸੌਣ ਦਿਆ ਬਦਲਾਵੇ। ਸੋ ਸੌਣ ਮਹੀਨੇ ਦੇ ਵਿੱਚ ਨਿੱਕੀ ਨਿੱਕੀ ਕਿਣਮਿਣ ਹੁੰਦੀ ਹੈ ਜੋ ਮੌਸਮ ਦੇ ਮਿਜ਼ਾਜ ਨੂੰ ਹੋਰ ਵੀ ਖੂਬਸੂਰਤ ਕਰ ਦਿੰਦੀ ਹੈ। ਤੇ ਇਸੇ ਮਹੀਨੇ ਆਉਂਦਾ ਹੈ ਧੀਆਂ ਤੇ ਧਿਆਣੀਆਂ ਦਾ ਤਿਉਹਾਰ, ਤੀਆਂ ਦਾ ਤਿਉਹਾਰ। ਸੋ ਅੱਜ ਤੀਆਂ ਮਨਾਉਣ ਦੇ ਲਈ ਆਏ ਆ। ਪਿੰਡ ਸਮਾਓ ਦੇ ਵਿੱਚ ਆਗਾਜ਼ ਹੋਣਾ ਹੈ, ਪਰ ਕਿਉਂਕਿ ਇਹ ਮੌਸਮ ਦਾ ਮਿਜ਼ਾਜ ਹੈ ਸੋ ਬੂੰਦਾਬਾਂਦੀ ਹੋ ਰਹੀ ਹੈ ਬਾਹਰ, ਇਸ ਕਰਕੇ ਮੇਰੇ ਨਾਲ ਇਸ ਵੇਲੇ ਕੁੜੀਆਂ ਦੀ ਪੂਰੀ ਪਾਰਟੀ ਬੈਠੀ ਹੋਈ ਹੈ। ਸੋ ਸੌਣ ਮਹੀਨੇ ਦੇ ਨਾਲ ਸੰਬੰਧਿਤ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਪਹਿਲਾਂ ਉਹਨਾਂ ਦੀ ਲੀਡਰ ਦੇ ਕੋਲ ਚੱਲਦੇ ਹਾਂ। ਅਮਨਦੀਪ ਕੌਰ ਮੇਰੇ ਨਾਲ ਮੌਜੂਦ ਰਹਿਣਗੇ। ਸੋ ਪਹਿਲਾਂ ਗੱਲਾਂ ਬਾਤਾਂ ਕਰਾਂਗੇ, ਫਿਰ ਬੋਲੀਆਂ ਸੁਣਨੀਆਂ ਨੇ, ਗੀਤ ਸੁਣਨੇ ਨੇ ਤੇ ਬਹੁਤ ਕੁਛ ਉਹਨਾਂ ਦੇ ਕੋਲੋਂ ਸੁਣਨਾ ਹੈ। ਸੋ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਖਰ ਚੈਨਲ 'ਤੇ। ਕਹਿੰਦੇ ਵਿਰਸੇ ਦਾ ਮਾਣ ਜ਼ਰੂਰੀ ਬਿਨ ਵਿਰਸੇ ਕੌਮ ਅਧੂਰੀ ਵਿਰਸਾ ਹੀ ਸ਼ਾਨ ਵਧਾਵੇ ਵਿੱਚ ਜੱਗ ਦੇ ਪਹਿਚਾਣ ਬਣਾਵੇ। ਸਭ ਤੋਂ ਪਹਿਲਾਂ ਤਾਂ ਆਪ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਤੁਸੀਂ ਇੰਨਾ ਜ਼ਿਆਦਾ ਪਿਆਰ ਸਤਿਕਾਰ ਬਖਸ਼ਦੇ ਹੋ ਤੇ ਆਪਣੇ ਵਿਰਸੇ ਨੂੰ ਤੁਹਾਡੇ ਚੈਨਲ ਦੇ ਥਰੂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਦਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਸੋ 19 ਸਾਲ ਹੋ ਗਏ ਨੇ ਪਿੰਡ ਸਮਾਓ ਦੀਆਂ ਧੀਆਂ ਨੂੰ ਲੱਗਦੇ ਹੋਏ, ਲਗਾਤਾਰ ਤੁਸੀਂ ਵੀ ਆ ਰਹੇ ਹੈਗੇ ਆ। ਇਸ ਵਾਰ ਕਿਸ ਤਰ੍ਹਾਂ ਦਾ ਸੋਚਿਆ ਹੋਇਆ ਕਿ ਇਸ ਵਾਰ ਕੀ ਕੁਛ ਨਵਾਂ ਰਹਿਣ ਵਾਲਾ ਹੈ? ਦੇਖੋ ਜੀ, ਜਿਵੇਂ ਜਿਵੇਂ ਸਮਾਂ ਬਦਲਦਾ ਉਵੇਂ ਨਵੀਆਂ ਚੀਜ਼ਾਂ ਆਉਂਦੀਆਂ ਨੇ। ਹਰ ਸਾਲ ਕੁਛ ਨਾ ਕੁਛ ਨਵਾਂ ਹੁੰਦਾ। ਇਸ ਵਾਰੀ ਹੋਰ ਵੀ ਜ਼ਿਆਦਾ ਨਵਾਂ ਇਹ ਹੈ ਕਿ ਇੱਕ ਪਰਿਵਾਰ ਦੇ ਵਿੱਚ ਵਾਧਾ ਹੋਇਆ, ਹੋਰ ਕੁੜੀਆਂ ਆਉਂਦੀਆਂ ਨੇ ਨਵੀਆਂ, ਕਿੰਨੀਆਂ ਚਿਹਰੇ ਤੁਹਾਨੂੰ ਦੇਖਣ ਨੂੰ ਮਿਲਦੇ ਆ। ਅਸੀਂ ਤਾਂ ਚਲੋ ਹੈਗੇ ਆ, ਪਰ ਇਹ ਹੁੰਦਾ ਵੀ ਜਿੰਨਾ ਚਿਰ ਪਰਿਵਾਰ ਦੇ ਵਿੱਚ ਵਾਧਾ ਨਾ ਹੋਵੇ ਉਹਨਾਂ ਚਿਰ ਖੁਸ਼ੀ ਨਹੀਂ ਹੁੰਦੀ, ਹੈ ਨਾ। ਅਤੇ ਜੇ ਪਿਛਲੇ ਵੀ ਨੇ ਅਤੇ ਨਾਲ ਹੋਰ ਜੁੜੇ ਨੇ ਤਾਂ ਇਸ ਨਾਲ ਮਤਲਬ ਕਿ ਬਾਕੀ ਇਹ ਜਦੋਂ ਸਟਾਰਟ ਹੋਊਗਾ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਕੁਛ ਹੋਰ ਕੀ ਹੋ ਰਿਹਾ ਜੀ, ਹੈ ਨਾ। ਅਤੇ ਸੋ ਕਹਿੰਦੇ ਨਾ ਕੁੜੀਆਂ ਜਿਹੜੀਆਂ ਨੇ ਵਿਹੜੇ ਦੀ ਰੌਣਕ ਹੁੰਦੀਆਂ ਨੇ, ਔਰ ਅੱਜ ਅੱਖਰ ਦੇ ਵਿਹੜੇ ਦੀ ਇਹ ਰੌਣਕ ਬਣੀਆਂ ਨੇ, ਇਸ ਲਈ ਅਸੀਂ ਮਹਿਫਿਲ ਲਾਈ ਹੈ। ਸੋ ਅਮਨ ਦੀ ਨਵ ਜਾਂ ਮਨਦੀਪ, ਮੈਂ ਚਾਹੁੰਦੀ ਪਹਿਲਾਂ ਤੁਹਾਡੇ ਕੋਲੋਂ ਕੋਈ ਗੀਤ ਜਾਂ ਸਾਉਣ ਮਹੀਨੇ ਨਾਲ ਜੁੜੀ ਕੋਈ ਬੋਲੀ ਹੋ ਜਾਵੇ। ਹਾਂਜੀ ਜ਼ਰੂਰ, ਤੁਹਾਨੂੰ ਗੀਤ ਸੁਣਾਉਣੇ ਪਹਿਲਾਂ ਅਸੀਂ। ਸਾਉਣ ਮਹੀਨੇ ਪੀਪਲੀ ਪੀਂਗਾ ਪਾਈਆਂ ਨੀ ਸਈਓ ਰਲ ਮਿਲ ਕੁੜੀਆਂ ਆ ਗਈਆਂ ਝੂਟੇ ਲੈ ਲੋ ਨੀ ਸਈਓ ਲੰਮੇ ਟਾਣੇ ਤੇ ਪੀਂਗਾ
ਕਿਆ ਹੀ ਬਾਤ ਹੈ। ਪਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਸਾਉਣ ਮਹੀਨੇ ਦੇ ਵਿੱਚ ਮਾਹੀ ਆ ਕੇ ਝੂਟਾ ਨਹੀਂ ਦੇ ਸਕਦਾ, ਕਿਉਂਕਿ ਕੁੜੀਆਂ ਆਪਣੇ ਪੇਕੜੇ ਘਰ ਆਈਆਂ ਹੁੰਦੀਆਂ ਨੇ, ਸੋ ਮਿਸ ਕਰਦੀਆਂ ਨੇ ਆਪਣੀਆਂ ਬੋਲੀਆਂ ਦੇ ਵਿੱਚ ਉਹ ਜ਼ਿਕਰ ਕਰਦੀਆਂ ਨੇ, ਇਮੈਜੀਨੇਸ਼ਨ ਕਰਦੀਆਂ ਨੇ ਆਪਣੇ ਮਾਹੀ ਦੀ। ਸੋ ਇੱਧਰ ਵੀ ਸਾਡੇ ਨਾਲ ਪਿਆਰੀ ਜੀ ਕੁੜੀ ਮੌਜੂਦ ਹੈ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਜਸਲੀਨ ਕੌਰ ਹੈ ਜੀ, ਤੇ ਮੈਂ ਬਰਨਾਲਾ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ। ਜੀ ਜਸਲੀਨ, ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਤੀਆਂ ਦੇ ਵਿੱਚ ਆਉਂਦੇ? ਦੇਖੋ ਜੀ, ਇਸ ਵਾਰ ਮੇਰਾ ਫਸਟ ਟਾਈਮ ਤੀਆਂ ਦੇ ਵਿੱਚ, ਮਤਲਬ ਪਹਿਲਾਂ ਜਾਂਦੇ ਰਹਿੰਦੇ ਆ, ਪਰ ਇੱਥੇ ਪਿੰਡ ਸਮਾਓ ਦੇ ਵਿੱਚ ਸਰ ਕੋਲ ਪਹਿਲਾਂ 3 ਦਿਨ ਦੀ ਵਰਕਸ਼ਾਪ ਲੱਗੀ ਸੀ। ਉਸ ਦੇ ਨਾਲ ਹੀ ਹੁਣ ਸਰ ਨਾਲ ਜੁੜੇ ਤਾਂ ਪਹਿਲਾਂ ਤੋਂ ਹੋਏ ਸੀਗੇ, ਪਰ ਜਿਹੜੀਆਂ ਨਵੀਆਂ ਚੀਜ਼ਾਂ ਨੇ ਉਹ ਇਸ ਵਾਰ ਸਿੱਖੀਆਂ ਨੇ। ਤੇ ਪਿੰਡ ਸਮਾਓ ਦੀਆਂ ਤੀਆਂ ਪਹਿਲਾਂ ਟੀਵੀ ਚੈਨਲਸ ਦੇ ਥਰੂ, YouTube ਤੇ ਹੋਰ ਮੀਡੀਆ ਰਾਹੀਂ ਦੇਖਦੇ ਸੀ, ਪਰ ਅੱਜ ਉਹਨਾਂ ਨੂੰ ਅਸੀਂ ਲਾਈਵ ਦੇਖਣਾ। ਉਹੀ ਪਿੰਡ, ਉਹੀ ਬਰੋਟਾ, ਸਾਰੇ ਪਿੰਡ ਦੇ ਲੋਕ, ਤੇ ਉਹ ਜਿਹੜਾ ਇੱਕ ਵੱਖਰਾ ਆਪਾਂ ਕਹਿ ਸਕਦੇ ਵੀ ਦ੍ਰਿਸ਼ ਹੁੰਦਾ ਗਾ, ਉਹ ਅੱਜ ਅੱਖੀਂ ਦੇਖਣਾ। ਵਰਕਸ਼ਾਪ ਦੇ ਵਿੱਚ ਤੁਸੀਂ ਕਿਹਾ ਕਿ ਕਾਫੀ ਕੁਝ ਨਵਾਂ ਸਿੱਖਿਆ। ਕੀ ਸਿੱਖਿਆ ਗਿੱਧੇ ਦੀ ਵਰਕਸ਼ਾਪ? ਦੇਖੋ, ਪਹਿਲਾਂ ਤਾਂ ਜਿਵੇਂ ਅਸੀਂ ਸਿੱਖਦੇ ਹਾਂ ਵੀ ਸਕੂਲਾਂ ਕਾਲਜ ਵਿੱਚ ਇੱਕ ਰੱਟੀ ਰਟਾਈ ਚੀਜ਼ ਹੁੰਦੀ ਆ, ਵੀ ਤੁਹਾਨੂੰ ਪੈਟਰਨ ਦੇਤਾ ਜੀ, ਇਹਨੂੰ ਰੱਟਾ ਮਾਰਨਾ ਹੈ ਸਿਰਫ ਤੁਸੀਂ, ਮਤਲਬ ਕਿ ਚਿਹਰੇ ਦੇ ਉੱਤੇ ਸਮਾਈਲ ਰੱਖਣੀ ਆ, ਬੱਤੀ ਦੇ ਬੱਤੀ ਦਿਖਾਉਣੇ ਐਜ਼ ਇਟ ਇਜ਼, ਮਤਲਬ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ। ਪਰ ਜਦੋਂ ਹੁਣ ਇੱਥੇ ਆਇਆ ਤਾਂ ਇੱਥੋਂ ਆ ਕੇ ਬਹੁਤ ਜਿਹੜੀਆਂ ਚੀਜ਼ਾਂ ਨੇ ਉਹ ਨਵੀਆਂ ਸਿੱਖੀਆਂ ਨੇ। ਤੁਸੀਂ ਕਿਵੇਂ ਬੋਲੀ ਚੱਕਣੀਆਂ, ਕਿਵੇਂ ਨਾਲ ਦੇ ਸਾਥੀ ਨਾਲ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨਸ ਨੇ ਉਹ ਕਿਵੇਂ ਦੇਣੇ ਨੇ, ਮਤਲਬ ਕਿਹੜੀ ਬੋਲੀ ਤੁਸੀਂ ਕਿਵੇਂ ਹਾਵ ਭਾਵ ਕਰਨੇ ਨੇ। ਇੱਥੇ ਰਹਿ ਕੇ ਜਿਹੜੀ ਸਭ ਤੋਂ ਵਧੀਆ ਚੀਜ਼ ਮੈਨੂੰ ਉਹ ਲੱਗਿਆ ਵੀ ਇੱਕ ਘਰ ਵਰਗਾ ਮਾਹੌਲ ਸੀਗਾ। ਪੁਰਾਣੇ ਜਿਵੇਂ ਵੱਡੇ ਦੀਦੀ ਹੁਣੇ ਅਮਨਦੀਪ ਨੇ ਗੱਲ ਕੀਤੀ ਆ ਵੀ ਇਹਨਾਂ ਨੂੰ ਮਿਲਿਆ ਵੀ ਐਂ ਲੱਗਦਾ ਵੀ ਬਹੁਤ ਚਿਰ ਤੁਸੀਂ ਜਾਣਦੇ ਆ, ਹਾਲਾਂਕਿ ਪਹਿਲੀ ਵਾਰ ਅਸੀਂ ਇਹਨਾਂ ਨੂੰ ਮਿਲਿਆ। ਮਤਲਬ ਇੱਕ ਜਿਹੜੀ ਆਪਾਂ ਕਹਿ ਸਕਦੇ ਨੇ ਵੀ ਕੋਆਪਰੇਟ ਕਰਨ ਦੀ ਜਿਹੜੀ ਭਾਵਨਾ, ਉਹ ਇੱਥੇ ਆ ਕੇ ਬਹੁਤ ਜ਼ਿਆਦਾ ਵਧੀਆ ਲੱਗੀ ਆ ਤੇ ਸਿੱਖੀ ਆ। ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਵੀ ਸਰ ਨੇ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਵਧੀਆ ਸਿਖਾਈਆਂ ਨੇ, ਟੈਕਨੀਕਲ ਥੋੜ੍ਹੇ ਪੁਆਇੰਟਸ ਸਿਖਾਏ ਨੇ। ਮਤਲਬ ਸਾਨੂੰ ਪਹਿਲਾਂ ਇਹ ਹੁੰਦਾ ਸੀ ਵੀ ਅਸੀਂ ਹਾਰ ਗਏ, ਜਿੱਤੇ ਕਿਉਂ ਨਹੀਂ, ਪਰ ਹੁਣ ਪਤਾ ਲੱਗਿਆ ਵੀ ਹਾਰ ਦਾ ਕਾਰਨ ਕੀ ਹੁੰਦਾ ਸੀ ਤੇ ਕਿਵੇਂ ਹੁਣ ਅਸੀਂ ਅੱਗੇ ਵਧਣਾ। ਸੋ ਇੱਕ ਨਰੋਲ ਗਿੱਧੇ ਦਾ ਪੇੜ ਤੁਹਾਨੂੰ ਇੱਥੇ ਮਿਲਿਆ ਹੈਗਾ। ਤੁਸੀਂ ਕਿਹਾ ਬੋਲੀ ਚੱਕਣੀ ਸਿੱਖੀ ਹੈ, ਪਹਿਲਾਂ ਤਾਂ ਇੱਕ ਬੋਲੀ ਸੁਣਾ ਦਿਓ। ਬੜੀ ਬੁਲੰਦ ਆਵਾਜ਼ ਤੁਹਾਡੀ ਲੱਗ ਰਹੀ ਹੈ, ਬੋਲਣ ਦੇ ਅੰਦਾਜ਼ ਤੋਂ ਪਤਾ ਲੱਗ ਗਿਆ। ਦਬਕੇ ਵਾਲੀ ਬੋਲੀ ਸੁਣਾਓ। ਜੇ ਜੱਟੀਏ ਜੱਟ ਕੁੱਟਣਾ ਹੋਵੇ, ਜੇ ਜੱਟੀਏ ਜੱਟ ਕੁੱਟਣਾ ਹੋਵੇ, ਕੁੱਟੀਏ ਸੰਦੂਕਾ ਓਲੇ ਨੀ, ਪਹਿਲਾਂ ਜੱਟ ਤੋਂ ਮੱਕੀ ਪਿਆਈਏ, ਬੱਲੇ 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 ਬੱਲੇ, ਪਹਿਲਾਂ ਜੱਟ ਤੋਂ ਮੱਕੀ ਪਿਆਈਏ, ਫੇਰ ਪਿਆਈਏ ਛੋਲੇ, ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ, 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 ਜੱਟੀਏ ਦੇ ਦਬਕਾ। ਵੈਸੇ ਵੀ ਜੱਟੀਆਂ ਤੇ ਗਿੱਧੇ 'ਚ ਜੱਟ ਦਾ ਕੋਈ ਕੰਮ ਨਹੀਂ ਹੈ। ਸੋ ਦਬਕਾ ਇਹਨਾਂ ਨੇ ਦੇਤਾ, ਬੜੀ ਛੇਤੀ ਪਰਚੀ ਚੱਕੀ ਹੈ। ਸੋ ਇੱਧਰ ਸਾਡੇ ਨਾਲ ਇੱਕ ਹੋਰ ਮੁਟਿਆਰ ਮੌਜੂਦ ਹੈ। ਸਤਿ ਸ਼੍ਰੀ ਅਕਾਲ, ਕੀ ਨਾਂ ਹੈ ਤੁਹਾਡਾ? ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਦਿਲਜੋਤ ਕੌਰ ਧਾਂਦਰਾ ਤੇ ਮੈਂ ਲੁਧਿਆਣੇ ਨੂੰ ਬਿਲੋਂਗ ਕਰਦੀ ਹਾਂ। ਸੋ ਤੁਹਾਨੂੰ ਕਿਵੇਂ ਲੱਗਾ? ਤੁਸੀਂ ਵਰਕਸ਼ਾਪ ਜਿਹੜੀ ਸੀਗੀ ਗਿੱਧੇ ਦੀ ਅਟੈਂਡ ਕੀਤੀ ਹੈ ਇੱਥੇ ਆ ਕੇ? ਹਾਂਜੀ, ਸਾਡੀ 3-4 ਦਿਨ ਦੀ ਵਰਕਸ਼ਾਪ ਸੀ ਤੇ ਸਾਨੂੰ ਬਹੁਤ ਵਧੀਆ ਲੱਗਿਆ। ਤੇ ਸਾਰਿਆਂ ਨਾਲੋਂ ਵੱਡੀ ਗੱਲ ਇੱਥੇ ਇਹ ਲੱਗੀ ਕਿ ਇਸ ਪਿੰਡ ਦਾ ਬਹੁਤ ਵਧੀਆ ਮਾਹੌਲ ਆ ਤੇ ਇਹ ਇੱਕ ਕੁੜੀ ਨੂੰ ਕੁੜੀ ਦੇ ਰੂਪ 'ਚ ਨਹੀਂ ਦੇਖਦੇ, ਧੀ ਦੇ ਰੂਪ 'ਚ ਦੇਖਦੇ ਨੇ। ਜੇ ਇਹ ਚੀਜ਼ ਸਾਰੇ ਪਿੰਡਾਂ ਦੇ ਵਿੱਚ ਮੌਜੂਦ ਹੋ ਜਾਵੇ ਨਾ, ਤਾਂ ਅੱਜ ਜਿਵੇਂ ਕੁੜੀਆਂ ਕੁੱਖਾਂ 'ਚ ਮਰਦੀਆਂ ਨੇ ਜਾਂ ਕੁੜੀਆਂ ਨੂੰ ਕੋਈ ਟੌਂਟ ਮਾਰ ਗਿਆ, ਕੋਈ ਕੁਛ ਕਰ ਗਿਆ, ਇਹ ਚੀਜ਼ਾਂ ਬੰਦ ਹੋ ਜਾਣਾ। ਕੀ ਸੁਣਾਓਗੇ? ਤੇ ਮੈਂ ਤੁਹਾਨੂੰ ਆਪਣੀ ਲਿਖੀ ਕਵਿਤਾ ਸੁਣਾਉਣ ਜਾ ਰਹੀ ਹਾਂ। ਕਿਆ ਹੀ ਬਾਤ ਹੈ, ਕਿਆ ਹੀ ਬਾਤ ਹੈ। ਇਸ ਦੇ ਵਿੱਚ ਇੱਕ ਬਾਪ ਆਪਣੀ ਧੀ ਨੂੰ ਡੋਲੀ ਤੋਰਨ ਤੋਂ ਪਹਿਲਾਂ ਕੀ ਸਿੱਖਿਆ ਦਿੰਦਾ ਤੇ ਉਸ ਦੇ ਨਾਲ ਦਿਲ ਦੀਆਂ ਗੱਲਾਂ ਕਿਵੇਂ ਸਾਂਝੀਆਂ ਕਰਦਾ, ਤੇ ਮੈਂ ਕੁਝ ਸ਼ਬਦਾਂ ਰਾਹੀਂ ਸੁਣਾਉਣ ਜਾ ਰਹੀ ਹਾਂ। ਲੈ ਪੈ ਗਿਆ ਚੂੜਾ, ਤੂੰ ਬਣ ਸੁਹਾਗਣ ਕੁੜੀਏ, ਪਰ ਇਸ ਚੂੜੇ ਪਿੱਛੇ ਬੜੀ ਵੱਡੀ ਜ਼ਿੰਮੇਵਾਰੀ ਜੁੜੀਏ। ਸੰਜੋ ਕੇ ਰੱਖੀ ਪਰਿਵਾਰ ਨੂੰ ਇਹ ਸੰਦੇਸ਼ ਦਿਵਾਉਂਦਾ ਏ, ਇਹ ਚੂੜਾ ਵੀ ਕੁਝ ਕਹਿਣਾ ਚਾਹੁੰਦਾ ਏ, ਇਹ ਚੂੜਾ ਵੀ ਕੁਝ ਕਹਿਣਾ ਚਾਹੁੰਦਾ ਏ। ਚਾਵਾਂ ਤੇ ਲਾਡਾਂ ਨਾਲ ਭਾਵੇਂ ਤੈਨੂੰ ਅਸੀਂ ਪੜ੍ਹਾਇਆ ਏ, ਪਰ ਸੰਸਕਾਰਾਂ ਦਾ ਵੀ ਬੀਜ ਤੇਰੀ ਪਰਵਰਿਸ਼ ਚਲਾਇਆ ਏ। ਉਹ ਜਾ ਕੇ ਮਹਿਕਾਂ ਵੰਡਦੀ ਤੂੰ ਮਾਣ ਫੁੱਲਦਾ ਹੀ ਰੱਖ ਲਈ, ਜਿਹੜਾ ਤੇਰੀ ਰਗਾਂ ਵਿੱਚ ਉੱਚੀ ਸੋਚ ਦਾ ਲਗਾਇਆ ਏ। ਉਹ ਜਾ ਕੇ ਮਹਿਕਾਂ ਵੰਡਦੀ ਤੂੰ ਮਾਣ ਫੁੱਲਦਾ ਹੀ ਰੱਖ ਲਈ, ਜਿਹੜਾ ਤੇਰੀ ਰਗਾਂ ਵਿੱਚ ਉੱਚੀ ਸੋਚ ਦਾ ਲਗਾਇਆ ਏ। ਨਾਲੇ ਰੱਖੀ ਨਾ ਵਤੀਰਾ ਜੋ ਫਿੱਕ ਪਰਿਵਾਰਾਂ ਵਿੱਚ ਪਾਉਂਦਾ ਏ, ਇਹ ਚੂੜਾ ਵੀ ਕੁਝ ਕਹਿਣਾ ਚਾਹੁੰਦਾ ਏ, ਇਹ ਚੂੜਾ ਵੀ ਕੁਝ ਕਹਿਣਾ ਚਾਹੁੰਦਾ ਏ। ਬੜੇ ਹੀ ਸੁਭਾਅ ਦੇ ਲੋਕ ਤੇਰੇ ਨਵੇਂ ਪਰਿਵਾਰ ਵਿੱਚ ਹੋਣਗੇ, ਕੁਝ ਤੈਨੂੰ ਪਰਖਣਗੇ ਤੇ ਕੁਝ ਤੈਨੂੰ ਚਾਹਣਗੇ। ਡੋਲਣਾ ਨਹੀਂ ਉੱਥੇ ਪੁੱਤ, ਥੋੜਾ ਦਿਮਾਗ ਵੱਧ ਲਾ ਲਈ, ਪਿਆਰ ਨਾਲ ਦਿਲਾਂ ਵਿੱਚ ਜਗ੍ਹਾ ਜੀ ਬਣਾ ਲਈ, ਕਿਉਂਕਿ ਆਕੜ ਤੇ ਗੁੱਸਾ ਨਾ ਕਦੇ ਖੁਸ਼ੀਆਂ ਲਿਆਉਂਦਾ ਏ, ਇਹ ਚੂੜਾ ਵੀ ਕੁਝ ਕਹਿਣਾ ਚਾਹੁੰਦਾ ਏ, ਇਹ ਚੂੜਾ ਵੀ ਕੁਝ ਕਹਿਣਾ ਚਾਹੁੰਦਾ ਏ। ਕਿਆ ਹੀ ਬਾਤ ਹੈ। ਇੱਕ ਮਾਪੇ ਜਿਹੜੇ ਸੀਗੇ ਵਿਆਹ ਤੋਂ ਪਹਿਲਾਂ ਸਿੱਖਿਆ ਦਿੰਦੇ ਸੀ, ਅੱਜ ਕੱਲ੍ਹ ਭਾਈ ਸਾਹਿਬ ਜਿਹੜੇ ਨੇ ਉਹ ਲਾਵਾਂ ਤੋਂ ਬਾਅਦ ਉਹ ਸਿੱਖਿਆ ਪੜ੍ਹ ਕੇ ਦਿੰਦੇ ਨੇ। ਕਿਵੇਂ ਜਦੋਂ ਤੁਸੀਂ ਇਹ ਕਵਿਤਾ ਲਿਖੀ ਹੈ ਨਾ, ਤਾਂ ਕਿੱਦਾਂ ਕੋਈ ਨਿੱਜੀ ਤਜਰਬਾ ਰਿਹਾ ਕਿ ਅੱਜ ਅਜੋਕੇ ਟਾਈਮ ਦੇ ਵਿੱਚ ਲੋੜ ਹੈ?
ਹਾਂਜੀ, ਇਹਦੇ ਪਿੱਛੇ ਵੀ ਇੱਕ ਸਟੋਰੀ ਜੁੜੀ ਹੋਈ ਆ। ਮੈਂ ਕਾਲਜ ਦੇ ਵਿੱਚ ਅਕਸਰ ਕੁੜੀਆਂ ਨੂੰ, ਕਿਉਂਕਿ ਮੈਂ ਸ਼ਹਿਰ ਦੇ ਵਿੱਚ ਪੜ੍ਹੀ ਹਾਂ, ਦੇਖਦੀ ਹਾਂ ਕਿ ਸਾਨੂੰ ਚੂੜਾ ਪਾਉਣ ਦਾ ਬੜਾ ਸ਼ੌਂਕ ਆ। ਸਿਰਫ ਉਹ ਕਹਿੰਦੇ ਵੀ ਸਾਨੂੰ ਚੂੜਾ ਪਾਉਣ ਦਾ ਸ਼ੌਂਕ ਆ, ਪਰ ਇਹਦੇ ਪਿੱਛੇ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਵੀ ਸਮਝਣਾ ਜ਼ਰੂਰੀ ਆ, ਕਿਉਂਕਿ ਉਹ ਚੂੜੇ ਦਾ ਰੰਗ ਸਾਰੀ ਜ਼ਿੰਦਗੀ ਬਰਕਰਾਰ ਰੱਖਣਾ ਜ਼ਰੂਰੀ ਆ। ਸਿਰਫ ਇੱਕ ਪਾਉਣਾ ਨਹੀਂ ਕਿ ਆਪਾਂ ਨੂੰ ਸੋਹਣਾ ਲੱਗਦਾ ਵਾ, ਉਹਦੇ ਪਿੱਛੇ ਬੜੀ ਵੱਡੀ ਕਹਾਣੀ ਹੁੰਦੀ ਆ, ਉਹ ਸਮਝਣੀ ਚਾਹੀਦੀ ਆ, ਜੋ ਕਿ ਅੱਜ ਕੱਲ੍ਹ ਕੁੜੀਆਂ ਦੇ ਵਿੱਚ ਘਟਦੀ ਜਾ ਰਹੀ ਆ। ਕਿਆ ਹੀ ਬਾਤ ਹੈ, ਬਹੁਤ ਹੀ ਸੋਹਣੀ ਇਹਨਾਂ ਨੇ ਗੱਲ ਕਹੀ। ਔਰ ਇੱਕ ਇਹਨਾਂ ਨੇ ਪਹਿਲਾਂ ਵੀ ਗੱਲ ਕਹੀ ਸੀ ਕਿ ਜੇ ਸਾਰਾ ਪੰਜਾਬ ਇਦਾਂ ਦਾ ਹੋ ਜੇ, ਧੀਆਂ ਧਿਆਣੀਆਂ ਨੂੰ ਖੁੱਲ੍ਹ ਹੋਵੇ ਆਪਣੇ ਵਲਵਲੇ, ਆਪਣੇ ਜਜ਼ਬਾਤ ਕਹਿਣ ਦੀ, ਤੇ ਇੱਕ ਉਹਨਾਂ ਨੂੰ ਕੋਈ ਡਰ ਵੀ ਨਾ ਹੋਵੇ ਕਿ ਉਹਨਾਂ ਦੇ ਨਾਲ ਕੁਝ ਗਲਤ ਹੋ ਸਕਦਾ, ਜੋ ਕਿ ਅਜੋਕੇ ਦੌਰ ਦੇ ਵਿੱਚ ਸਾਨੂੰ ਬਹੁਤ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਕਿ ਕੁੜੀਆਂ ਸ਼ਰੇਆਮ ਜਿਹੜਾ ਵਿਚਰ ਨਹੀਂ ਸਕਦੀਆਂ। ਅਸੀਂ ਬਹੁਤ ਤਰੱਕੀ ਕਰ ਲਈਏ, ਪਰ ਤਰੱਕੀ ਦੇ ਨਾਲ ਨਾਲ ਕਿਤੇ ਨਾ ਕਿਤੇ ਸਾਡੀ ਸੋਚਣੀ ਦਾ ਮਿਆਰ ਡਿੱਗਿਆ ਆ। ਪਰ ਇਹ ਪੰਜਾਬ ਦੇ ਪਿੰਡ ਨੇ, ਇੱਥੇ ਪੰਜਾਬੀਅਤ ਵੀ ਜਿਉਂਦੀ ਹੈ ਤੇ ਇੱਥੇ ਪੰਜਾਬੀ ਮੁਟਿਆਰਾਂ ਨੂੰ ਸਤਿਕਾਰ ਵੀ ਮਿਲਦਾ। ਛੋਟੀ ਜਿਹੀ ਬੱਚੀ ਬਹੁਤ ਪਿਆਰੀ ਮੇਰੇ ਨਾਲ ਮੌਜੂਦ ਹੈ। ਕੀ ਨਾਂ ਹੈ ਬੇਟਾ? ਜੈਜ਼ਲੀਨ ਕੌਰ। ਜੈਜ਼ਲੀਨ, ਕਿਵੇਂ ਲੱਗ ਰਿਹਾ ਹੈਗਾ ਅੱਜ ਫਿਰ ਟਿੱਕਾ ਟੁੱਕਾ ਲਾਇਆ ਆ ਹੈ, ਟੌਰ ਸ਼ੋਰ ਕੱਢਿਆ, ਮਹਿੰਦੀ ਐਡੀ ਸੋਹਣੀ ਲਾਈ ਹੈ, ਉਹ ਤੇ ਦਿਖਾਓ ਪਹਿਲਾਂ ਕਿੰਨੇ ਲਾ ਕੇ ਦਿੱਤੀ ਹੈ? ਮੰਮਾ ਨੇ ਲਾਈ ਹੈ। ਤੇ ਕਿਵੇਂ ਲੱਗਾ ਇੱਥੇ ਆ ਕੇ? ਬਹੁਤ ਵਧੀਆ ਲੱਗੀ। ਬਹੁਤ ਵਧੀਆ। ਕੀ ਸੁਣਾਓਗੇ ਅੱਜ ਸਾਨੂੰ ਤੁਸੀਂ? ਬੋਲੀ। ਜੀ ਸੁਣਾਓ। ਬਾਗਾਂ ਦੇ ਵਿੱਚ ਗੋਲ ਬੋਲਦੀ, ਬਾਗਾਂ ਦੇ ਵਿੱਚ ਗੋਲ ਬੋਲਦੀ, ਕਰਦੀ ਏਕੇ ਏਕੇ, ਸਰਦਾਰ ਵੀਰ ਮੇਰਾ ਨੀ ਭੈਣਾਂ ਨੂੰ ਮੱਥਾ ਟੇਕੇ, ਸਰਦਾਰ ਵੀਰ ਮੇਰਾ ਨੀ ਭੈਣਾਂ ਨੂੰ ਮੱਥਾ ਟੇਕੇ, ਸਰਦਾਰ ਵੀਰ ਮੇਰਾ ਨੀ ਭੈਣਾਂ ਨੂੰ ਮੱਥਾ ਟੇਕੇ। ਸੋ ਕਿਆ ਹੀ ਬਾਤ ਹੈ, ਵੀਰ ਦੀ ਬੋਲੀ ਸੁਣਾਈਏ। ਹੋਰ ਸੁਣਾਣੀ ਹੈ? ਸੌਣ ਮਹੀਨਾ ਦਿਨ, ਸੌਣ ਮਹੀਨੇ ਮੀਂਹ ਪਿਆ ਪੈਂਦਾ, ਸੌਣ ਮਹੀਨੇ ਮੀਂਹ ਪਿਆ ਪੈਂਦਾ, ਗੋਡੇ ਗੋਡੇ ਗਾਰਾ ਵਿੱਚ ਮੇਰਾ ਵੀਰ ਖੜਾ, ਗਲ ਸੋਹਣੇ ਦੀ ਮਾਲਾ ਵਿੱਚ ਮੇਰਾ ਵੀਰ ਖੜਾ, ਗਲ ਸੋਹਣੇ ਦੀ ਮਾਲਾ ਵਿੱਚ ਮੇਰਾ ਵੀਰ ਖੜਾ, ਗਲ ਸੋਹਣੇ ਦੀ ਮਾਲਾ ਵਿੱਚ ਮੇਰਾ ਵੀਰ ਖੜਾ, ਸੋਹਣੇ ਦੀ ਮਾਲਾ ਵਿੱਚ ਮੇਰਾ ਵੀਰ ਖੜਾ। ਸੋ ਬਿਲਕੁਲ, ਜਦੋਂ ਇਹ ਛੋਟੀ ਛੋਟੀ ਕੁੜੀਆਂ ਇਦਾਂ ਦੀਆਂ ਵੀਰਾਂ ਦੀਆਂ, ਬਾਬਲ ਦੀਆਂ ਬੋਲੀਆਂ ਪਾਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਰਿਸ਼ਤਿਆਂ ਨੂੰ ਸਮਝਣ ਲੱਗ ਜਾਂਦੀਆਂ ਨੇ, ਰਿਸ਼ਤਿਆਂ ਦੀ ਜ਼ਿੰਮੇਵਾਰੀ ਨੂੰ ਸੋ ਸਾਡਾ ਗਿੱਧਾ, ਸਾਡੀਆਂ ਬੋਲੀਆਂ ਰਿਸ਼ਤਿਆਂ ਨੂੰ ਬਹੁਤ ਸੋਹਣਾ ਪਰਿਭਾਸ਼ਿਤ ਕਰਦਾ ਹੈਗਾ। ਤੁਹਾਨੂੰ ਕੀ ਲੱਗਦਾ ਹੈਗਾ? ਤੁਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਗਿੱਧਿਆਂ ਦੇ ਨਾਲ ਜੁੜੇ ਹੋਏ ਆ। ਜੀ ਬਿਲਕੁਲ, ਤੁਸੀਂ ਆਪਣਾ ਮਤਲਬ ਅਸਲ ਹੁਣ ਇਹ ਜਿਹੜਾ ਤੀਆਂ ਦਾ ਜਿਹੜਾ ਇਹ ਤਿਉਹਾਰ ਇੱਥੇ ਮਨਾਉਣਾ ਸ਼ੁਰੂ ਕੀਤਾ ਨਾ, ਇੱਥੇ ਅਸਲ ਇਹ ਹੁੰਦਾ ਕਿ ਜਿਵੇਂ ਬੋਲੀਆਂ ਨੇ ਸਾਡੀਆਂ, ਅਸੀਂ ਸਿਰਫ ਪਾ ਲੈਂਦੇ ਹਾਂ ਬੋਲੀਆਂ, ਸਿਰਫ ਪਾਤੀਆਂ ਬੋਲੀਆਂ, ਗੱਲ ਖਤਮ ਨਹੀਂ। ਇਹਦੇ ਵਿੱਚ ਸਾਡੀ ਜੀਵਨ ਜਾਂਚ ਹੈ, ਅਸੀਂ ਕਿਵੇਂ ਜਿਉਣਾ, ਸਾਡੇ ਰਿਸ਼ਤੇ ਕਿਵੇਂ ਨੇ। ਅਸੀਂ ਹੁਣ ਦੇ ਸਮੇਂ ਦੇ ਵਿੱਚ, ਜਿਵੇਂ ਪਹਿਲਾਂ ਵਾਲਾ ਸਮਾਂ ਸੀ ਬਹੁਤ ਔਖਾ ਸੀ ਹੈ ਨਾ, ਅਤੇ ਹੁਣ ਦੇ ਸਮੇਂ 'ਚ ਸਾਨੂੰ ਸਭ ਕੁਝ ਮਿਲ ਰਿਹਾ, ਅਸੀਂ ਫਿਰ ਵੀ ਕਹਿ ਰਹੇ ਹਾਂ ਅਸੀਂ ਬਹੁਤ ਔਖੇ ਹਾਂ। ਜੇ ਉਸ ਸਮੇਂ 'ਤੇ ਝਾਤ ਮਾਰੀਏ ਅਤੇ ਇਸ ਸਮੇਂ ਦੇ ਵਿੱਚ ਦੇਖੀਏ ਤਾਂ ਉਹ ਬੋਲੀਆਂ, ਉਹ ਗੀਤ ਸਾਨੂੰ ਸਿਖਾਉਂਦੇ ਨੇ ਵੀ ਅਸੀਂ ਉਦੋਂ ਕਿੰਨੇ, ਸਾਨੂੰ ਸਟਰਗਲ ਉਦੋਂ ਕਿੰਨੀ ਜ਼ਿਆਦਾ ਸੀ, ਹੁਣ ਅਸੀਂ ਫਿਰ ਵੀ ਸਾਨੂੰ ਬਹੁਤ ਕੁਝ ਮਿਲਿਆ, ਸਾਡੇ ਮਾਪੇ ਬਹੁਤ ਕੁਝ ਦੇ ਰਹੇ ਨੇ। ਧੀਆਂ ਨੂੰ ਦੇਖੋ ਤੁਸੀਂ, ਹੁਣ ਅੱਜ ਮਹਾਰਾਜ ਦੀ ਕਿਰਪਾ ਨਾਲ ਸਰਦਾਰ ਪਾਲ ਸਿੰਘ ਸਮਾਓ ਜੀ ਦੇ ਇਸ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ, ਇਹਦੇ ਨਾਲ ਧੀਆਂ ਨੂੰ ਕਿੰਨੀ ਖੁੱਲ੍ਹ ਮਿਲੀ ਆ। ਜੇ ਅਸੀਂ ਸਾਰੇ ਇੱਥੇ ਆ ਤਾਂ ਸਾਨੂੰ ਦੇਖ ਦੇਖ ਕੇ ਕਿੰਨੀਆਂ ਧੀਆਂ ਨੂੰ ਖੁੱਲ੍ਹ ਮਿਲ ਗਈ ਹੈ ਨਾ, ਅਤੇ ਇਹ ਚੀਜ਼ ਖੁੱਲ੍ਹ ਪਹਿਲਾਂ ਨਹੀਂ ਸੀ। ਮੈਂ ਤੁਹਾਨੂੰ ਇੱਕ ਤੁਹਾਡੇ ਨਾਲ ਰਵਾਇਤੀ ਇੱਕ ਗੀਤ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਉਹਦੇ ਵਿੱਚ ਤੁਹਾਨੂੰ ਮਤਲਬ ਪਤਾ ਲੱਗੂਗਾ ਵੀ ਉਹ ਸਮਾਂ ਕੀ ਸੀਗਾ। ਇੱਥੋਂ ਤੁਸੀਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਵੀ ਉਹ ਗੀਤ ਦੇ ਵਿੱਚ ਤੁਹਾਨੂੰ ਅਸੀਂ ਦਰਸਾਉਣੇ ਆ ਵੀ ਕਿਵੇਂ ਦਾ ਉਹ ਪਿਕਚਰ ਬਣਦੀ ਹੈ, ਕਿਵੇਂ ਦਾ ਕੁਝ ਹੁੰਦਾ, ਅਤੇ ਤੁਹਾਨੂੰ ਬਿਲਕੁਲ ਬਿਲਕੁਲ ਜ਼ਰੂਰ। ਰਾਂਝਣਾ ਵੇ ਤੇਰੇ ਬਾਝੋਂ ਮੈਂ ਤਾਂ ਬੜੀ ਵੇ ਸੁਖਾਲੀ, ਨਾ ਮਾਂਜਾ ਚੰਨਾ ਤੇ ਨਾ ਮਾਂਜੀ ਥਾਲੀ, ਦੂਰ ਵਸੇਂਦਿਆ ਜੀ ਨੌਕਰ, ਰਾਂਝਣਾ ਵੇ ਮਾਤਾ ਤੇਰੀ ਨੇ ਜੁਰਮ ਕਮਾਇਆ ਵੇ, ਆਪ ਸੁੱਤੀ ਸਾਨੂੰ ਚੱਕੀ ਤੇ ਲਾਇਆ ਵੇ, ਦੂਰ ਵਸੇਂਦਿਆ ਜੀ ਨੌਕਰ,
ਖੜੀ ਵੇ ਬਗੂਚੀ ਬਗੂਚੀ ਵੇ ਨਾ ਸਿਰ ਸਾਲੂ ਤੇ ਨਾ ਪੈਰ ਜੁੱਤੀ ਜੁੱਤੀ ਵੇ ਦੂਰ ਵਸੇਂਦਿਆ ਜੀ ਨਾ ਕਰ ਚੜ ਕੇ ਤੂੰ ਆ ਜਾਵੇ ਪਹਿਲੀ ਵੇ ਲਾਰੀ ਲਾਰੀ ਵੇ ਆਪ ਦੇ ਸਿਰ ਦੇ ਸਾਈਂ ਦੇ ਨਾਲ ਸਰਦਾਰੀ ਸਰਦਾਰੀ ਵੇ ਦੂਰ ਵਸੇਂਦਿਆ ਜੀ ਨਾ ਕਰ ਕੀ ਬਾਤ ਹੈ। ਸੋ ਮਾਹੀ ਦੇ ਨਾਲ ਆਪਣਾ ਹਿਜ਼ਰ ਫੋਲਦੀ ਹੈ, ਆਪਣਾ ਦਰਦ ਫਰੋਲਦੀ ਹੈ, ਬਾਹਰ ਗਏ। ਸੋ ਇੱਕ ਮਾਤਾ ਜੀ ਸਾਡੇ ਨਾਲ ਨੇ, ਮੈਂ ਉਹਨਾਂ ਦੇ ਕੋਲੋਂ ਜ਼ਰੂਰ, ਮਾਤਾ ਜੀ ਕਿੱਦਾਂ ਦੀਆਂ ਸੀਗੀਆਂ ਤੁਹਾਡੇ ਟਾਈਮ ਦੀਆਂ ਜਿਹੜੀਆਂ ਤੀਆਂ ਸੀਗੀਆਂ? ਸਾਡੇ ਟਾਈਮ ਦੀਆਂ ਤਾਂ ਜੀ ਬਹੁਤ ਵਧੀਆ ਸੀ। ਥੋੜਾ ਜਿਹਾ ਸਾਥੋਂ ਬਾਅਦ ਫਿਰ ਥੋੜਾ ਜਿਹਾ ਠੱਪ ਹੋ ਗਿਆ ਕੰਮ। ਹੁਣ ਫਿਰ ਉਹੀ ਟਾਈਮ ਆ ਗਿਆ ਵਧੀਆ, ਬਹੁਤ ਵਧੀਆ ਲੱਗਦਾ ਸੀ। ਆਈ ਵਾਰ ਆਉਨੇ ਆ ਇੱਥੇ ਸਮਾਓ ਆਈ ਸ਼ੋਅ ਤੇ ਨੱਚਣ ਦੇ ਪੂਰੇ ਸ਼ੌਕੀਨ ਲੱਗਦੇ। ਕੋਈ ਬੋਲੀ ਤੁਹਾਡੇ ਕੋਲ ਜ਼ਰੂਰ ਸੁਣਨੀ ਹੈ? ਕੁਛ ਮਰਜ਼ੀ ਕਰਾ ਲਿਓ। ਜ਼ਰੂਰ, ਫਿਰ ਬਸ ਸੁਣਾਓ ਕੋਈ ਬੋਲੀ ਸਾਨੂੰ। ਕਿਹੜੀ ਸੁਣਾਵਾਂ? ਤੁਸੀਂ ਕਹਿ ਦਿਓ ਕੁਝ ਮਰਜ਼ੀ। ਨਹੀਂ ਵੀ ਕੋਈ ਗਲਤ ਜੇ ਨਾ ਹੋ ਜੇ ਨਾ ਹਨਾ। ਜੀ ਜੀ, ਕੋਈ ਨਹੀਂ। ਕਿਹੜੀ ਪਾ ਦੇ? ਕੋਈ ਵੀ ਆਪਣੇ ਟਾਈਮ ਦੀ ਜਿਹੜੀ ਮਰਜ਼ੀ, ਜਿਹੜੀ ਤੁਸੀਂ ਸਭ ਤੋਂ ਵੱਧ ਪਾ ਕੇ ਨੱਚਦੇ ਸੀਗੇ, ਉਹ ਬੋਲੀ ਸੁਣਾਓ ਅੱਜ। ਹਾਂ ਹੁਣ ਟਾਈਮ ਤੇ ਜਾ ਨਹੀਂ ਆ ਰਹੀ। ਸੁਣਾ ਦੇਣਾ, ਇੱਕ ਮਿੰਟ ਰੁਕ ਜਾਓ। ਕੋਈ ਨਹੀਂ, ਚੇਤਾ ਕਰ ਲਓ, ਕੋਈ ਗੱਲ ਨਹੀਂ। ਪਰਚੀ ਦਵਾ ਦਈਏ? ਕਰਾ ਦੇ ਕੋਈ। ਬਹੁਤ ਪਾਉਂਦੀ ਸੀ ਉਦੋਂ ਤਾਂ, ਵਾਧੂ ਪਾਉਂਦੀ ਸੀ। ਵਾਲੀ ਸੁਣਾ ਦਿਓ, ਸਿੰਗਲ ਦੇ ਆ ਬੱਕਰੀ। ਰਿੜ ਕੇ ਜਠਾਣੀ ਦੁੱਧ ਰਿੜ ਕੇ ਦੁੱਧ ਰਿੜ ਕੇ ਜਠਾਣੀ ਦੁੱਧ ਰਿੜ ਕੇ ਮੈਂ ਲੈਂਦੀ ਸਾਂ ਵਿੜਕਾਵੇ ਸਿੰਘਾ ਲਿਆ ਬੱਕਰੀ ਅਜੇ ਐਕਸ਼ਨ। ਕਾਵੇ ਸਿੰਗਾਲਾ ਬੱਕਰੀ ਕਾਵੇ ਸਿੰਗਾਲਾ ਬੱਕਰੀ ਦੁੱਧ ਰਿੜਕਾਵੇ ਸਿੰਗਾਲਾ ਬੱਕਰੀ ਦੁੱਧ ਰਿੜਕਾਵੇ। ਸੋ ਕੀ ਹੀ ਬਾਤ ਹੈ। ਸੋ ਪਾਲ ਸਿੰਘ ਸਮਾਓ ਹੁਣਾਂ ਦੀਆਂ ਤੀਆਂ ਦਾ ਇਹ ਮੰਚ ਕਈ ਜਾਣਿਆਂ ਨੂੰ ਥਾਂ ਦਿੰਦਾ ਹੈ। ਮੇਰੇ ਨਾਲ ਹਾਰਬੀ ਗਿੱਲ ਮੌਜੂਦ ਨੇ, ਗਾਇਕਾਂ ਨੇ, ਪੰਜਾਬੀ ਲੋਕ ਗਾਇਕਾਂ ਨੇ। ਸੋ ਉਹਨਾਂ ਦੇ ਕੋਲੋਂ ਦੋ ਬੋਲ ਸੁਣੇ ਬਿਨਾ ਅਸੀਂ ਸਮਾਪਤੀ ਨਹੀਂ ਕਰ ਸਕਦੇ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਖਰ 'ਤੇ। ਸਤਿ ਸ਼੍ਰੀ ਅਕਾਲ ਜੀ, ਪਿਆਰ ਭਰੀ ਮੇਰੇ ਵੱਲੋਂ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਔਰ ਮੇਰੇ ਸਾਰੇ ਮਤਲਬ ਪਰਿਵਾਰ ਵੱਲੋਂ। ਇਹ ਸਾਡਾ ਪਰਿਵਾਰ ਹੀ ਬਣ ਚੁੱਕਿਆ ਹੈ, ਬਹੁਤ ਸਾਡਾ ਮੋਹ ਪ੍ਰੇਮ ਪੈ ਗਿਆ ਹੈ। ਹਾਂਜੀ, ਤੁਸੀਂ ਇੱਕ ਲੋਕ ਗਾਇਕਾ ਦੇ ਤੌਰ ਤੇ ਵਿਚਰ ਰਹੇ ਹੋ। ਜ਼ਿਆਦਾਤਰ ਜਿਹੜੇ ਪੁਰਾਣੇ ਗੀਤ ਨੇ ਉਹਨਾਂ ਨੂੰ ਤੁਸੀਂ ਦਰਸ਼ਕਾਂ ਦੇ ਰੂਬਰੂ ਲੈ ਕੇ ਆਉਂਦੇ ਹੈਗੇ ਹੋ। ਸੋ ਜ਼ਰੂਰ ਅੱਜ ਕੋਈ ਬੋਲ ਸਾਡੇ ਨਾਲ ਸਾਂਝੇ ਕਰੋ ਜੀ। ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਸਟੇਜ ਸ਼ੋਅ ਲਾਉਂਦੇ ਆ ਤਾਂ ਜਿੱਦਾਂ ਮੈਰਿਜ ਫੰਕਸ਼ਨ ਹੁੰਦਾ, ਓਬਵੀਅਸ ਹੈ ਕਿ ਉੱਥੇ ਭੈਣਾਂ ਨੇ ਵੀ ਨੱਚਣਾ ਹੁੰਦਾ, ਤਾਂ ਬੋਲੀਆਂ ਦੀ ਕਮੀ ਮਹਿਸੂਸ ਹੁੰਦੀ ਸੀ, ਜੋ ਕਿ 3 ਦਿਨ ਮੈਂ ਇੱਥੇ ਵਰਕਸ਼ਾਪ ਲਾ ਕੇ ਪੂਰੀ ਕੀਤੀ ਹੈ। ਬਹੁਤ ਕੁਝ ਸਿੱਖਿਆ ਸਰ ਤੋਂ। ਹਾਂਜੀ, ਤਾਂ ਬੋਲੀਆਂ ਦੀ ਘਾਟ ਮਹਿਸੂਸ ਹੁੰਦੀ ਸੀ, ਉਸ ਕਰਕੇ ਵੀ ਗਿੱਧਾ ਕਰਕੇ ਜਿਹੜਾ ਪਰਫਾਰਮ ਕਰਨਾ ਹੁੰਦਾ ਸੀਗਾ ਭੈਣਾਂ ਨੇ ਇੱਥੇ ਸਟੇਜ ਸ਼ੋਅ 'ਤੇ, ਉਸ ਕਮੀ ਨੂੰ ਮੈਂ ਇੱਥੇ ਆ ਕੇ ਪੂਰਾ ਕੀਤਾ। ਹਾਂਜੀ, ਸੋ ਸਾਨੂੰ ਜ਼ਰੂਰ ਕੁਝ ਸੁਣਾਓ। ਨੀ 99 ਮਾਨੇ ਅੱਖਾਂ ਫੇਰ ਗਈ ਰਕਾਨੇ, ਨੀ 99 ਮਾਨੇ ਅੱਖਾਂ ਫੇਰ ਗਈ ਰਕਾਨੇ, 99 ਮਾਨੇ ਅੱਖਾਂ ਫੇਰ ਗਈ ਰਕਾਨੇ। ਕਹੀ ਵੀਰ ਨੂੰ ਕਸੂਤੀ ਲੁੱਤੀ ਲਾਈ ਨਣ ਦੇ, ਕਹੀ ਵੀਰ ਨੂੰ ਕਸੂਤੀ ਲੁੱਤੀ ਲਾਈ ਨਣ ਦੇ। ਅੱਜ ਤੈ ਮੈਨੂੰ ਨੀ ਅੱਜ ਤੈ ਮੈਨੂੰ ਮਾਹਰ ਪਵਾਈ ਨਣ ਦੇ, ਅੱਜ ਤੈ ਮੈਨੂੰ ਮਾਹਰ ਪਵਾਈ ਨਣ ਦੇ, ਅੱਜ ਤੈ ਮੈਨੂੰ ਮਾਹਰ ਪਵਾਈ ਨਣ ਦੇ। ਨੀ 99 ਮਾਨੇ ਅੱਖਾਂ ਫੇਰ ਗਈ ਰਕਾਨੇ, 99 ਮਾਨੇ ਅੱਖਾਂ ਫੇਰ ਗਈ ਰਕਾਨੇ। ਕਹੀ ਵੀਰ ਨੂੰ ਕਸੂਤੀ ਲੁੱਤੀ ਲਾਈ ਨਣ ਦੇ, ਕਹੀ ਵੀਰ ਨੂੰ ਕਸੂਤੀ ਲੁੱਤੀ ਲਾਈ ਨਣ ਦੇ। ਅੱਜ ਤੈ ਮੈਨੂੰ ਨੀ ਅੱਜ ਤੈ ਮੈਨੂੰ ਮਾਹਰ ਪਵਾਈ ਨਣ ਦੇ, ਅੱਜ ਤੈ ਮੈਨੂੰ ਮਾਹਰ ਪਵਾਈ ਨਣ ਦੇ, ਅੱਜ ਤੈ ਮੈਨੂੰ ਮਾਹਰ ਪਵਾਈ ਨਣ ਦੇ। ਤੂੰ
ਤੂੰ ਹੀ ਖਿੱਚ ਧੂ ਕੇ ਮੈਨੂੰ ਤੀਆਂ ਵਿੱਚ ਲੈ ਕੇ ਗਈ, ਤੂੰ ਹੀ ਖਿੱਚ ਧੂ ਕੇ ਮੈਨੂੰ ਤੀਆਂ ਵਿੱਚ ਲੈ ਕੇ ਗਈ। ਐਵੇਂ ਸੰਗ ਦੀ ਸੰਗਾਉਂਦੀ ਨੇ ਮੈਂ ਪੀਂਗ ਝੂਟ ਲਈ, ਐਵੇਂ ਸੰਗ ਦੀ ਸੰਗਾਉਂਦੀ ਨੇ ਮੈਂ ਪੀਂਗ ਝੂਟ ਲਈ। ਤੂੰ ਹੀ ਖਿੱਚ ਧੂ ਕੇ ਮੈਨੂੰ ਤੀਆਂ ਵਿੱਚ ਲੈ ਕੇ ਗਈ, ਤੂੰ ਹੀ ਖਿੱਚ ਧੂ ਕੇ ਮੈਨੂੰ ਤੀਆਂ ਵਿੱਚ ਲੈ ਕੇ ਗਈ। ਐਵੇਂ ਸੰਗ ਦੀ ਸੰਗਾਉਂਦੀ ਨੇ ਮੈਂ ਪੀਂਗ ਝੂਟ ਲਈ, ਐਵੇਂ ਸੰਗ ਦੀ ਸੰਗਾਉਂਦੀ ਨੇ ਮੈਂ ਪੀਂਗ ਝੂਟ ਲਈ। ਪੀਂਗ ਚੜ ਗਈ ਹੁਲਾਰੇ ਸਿਰੋਂ ਚੁੰਨੀ ਲੱਥ ਗਈ, ਪੀਂਗ ਚੜ ਗਈ ਹੁਲਾਰੇ ਸਿਰੋਂ ਚੁੰਨੀ ਲੱਥ ਗਈ, ਪੀਂਗ ਚੜ ਗਈ ਹੁਲਾਰੇ ਸਿਰੋਂ ਚੁੰਨੀ ਲੱਥ ਗਈ। ਪਿੰਡ ਸਹੁਰਿਆਂ ਦੇ ਮੱਚ ਗਈ ਦੁਹਾਈ ਨਣਦੇ, ਪਿੰਡ ਸਹੁਰਿਆਂ ਦੇ ਮੱਚ ਗਈ ਦੁਹਾਈ ਨਣਦੇ। ਅੱਜ ਤੈਂ ਮੈਨੂੰ ਨੀ ਅੱਜ ਤੈਂ ਮੈਨੂੰ ਨੀ ਅੱਜ ਤੈਂ ਮੈਨੂੰ ਮਾਹਰ ਪਵਾਈ ਨਣਦੇ, ਅੱਜ ਤੈਂ ਮੈਨੂੰ ਮਾਹਰ ਪਵਾਈ ਨਣਦੇ, ਅੱਜ ਤੈਂ ਮੈਨੂੰ ਮਾਹਰ ਪਵਾਈ ਨਣਦੇ। ਕਿਆ ਹੀ ਬਾਤ ਹੈ। ਸੋ ਇਹੀ ਹੈ ਗਿੱਧਿਆਂ ਦੇ ਰੰਗ, ਜਿਸ ਦੇ ਵਿੱਚ ਇੱਕ ਪੰਜਾਬਣ ਮੁਟਿਆਰ ਆਪਣੇ ਵਲਵਲੇ, ਆਪਣੇ ਸ਼ਿਕਵੇ ਗਾ ਕੇ, ਗੁਣਗੁਣਾ ਕੇ, ਬੋਲੀਆਂ ਦੇ ਰਾਹੀਂ ਬਿਆਨ ਕਰਦੀ ਹੈ। ਜੇ ਤੁਸੀਂ ਮੈਨੂੰ ਪੁੱਛੋ ਕਿ ਗਿੱਧਿਆਂ ਵਿਹੂਣੀ ਪੰਜਾਬਣ ਕੋਲ ਕੀ ਹੈ, ਤੇ ਮੈਂ ਕਹਾਂਗੀ ਸ਼ਾਇਦ ਡਿਪਰੈਸ਼ਨ। ਸੋ ਇਹੀ ਵਜ੍ਹਾ ਹੈ ਅਸੀਂ ਆਪਣੇ ਕਲਚਰ ਤੋਂ ਦੂਰ ਹੋ ਰਹੇ ਹਾਂ, ਅਸੀਂ ਆਪਸੀ ਸਾਂਝ ਤੋਂ ਦੂਰ ਹੋ ਰਹੇ ਹਾਂ। ਅਸੀਂ ਜਦੋਂ ਇੱਕ ਦੂਸਰੇ ਦੇ ਨਾਲ ਔਰਤਾਂ ਸਾਥ ਕਰਦੀਆਂ ਨੇ, ਤੇ ਅੱਜ ਕੱਲ੍ਹ ਉਹ ਆਪਣੀ ਜ਼ਿੰਦਗੀ ਦੇ ਸੱਚ ਨੂੰ ਲੁਕਾਉਣਾ ਜਿਹੜਾ ਆ ਉਹ ਜ਼ਿਆਦਾ ਮੰਨਣ ਲੱਗ ਗਈਆਂ ਨੇ। ਆਪਣੇ ਸ਼ਿਕਵੇ ਜਿਹੜੇ ਨੇ ਇੱਕ ਦੂਜੀ ਨਾਲ ਸਾਂਝੇ ਨਹੀਂ ਕਰਦੀਆਂ, ਜਿਸ ਕਰਕੇ ਉਹਨਾਂ ਦੀ ਸਾਂਝ ਵੀ ਨਹੀਂ ਪੈਂਦੀ। ਪਰ ਪਾਲ ਸਿੰਘ ਸਮਾਓ ਹੋਣਾ ਦੇ ਪਿੰਡ ਦੀਆਂ ਇਹ ਧੀਆਂ ਦਾ ਪਿੜ ਬਹੁਤ ਸਾਰੀਆਂ ਭੈਣਾਂ ਤੇ ਬਹੁਤ ਸਾਰੀਆਂ ਧੀਆਂ ਨੂੰ ਨਵੇਂ ਰਿਸ਼ਤੇ ਦਿੰਦਾ ਹੈ, ਉਹਨਾਂ ਦੇ ਪੁਰਾਣੇ ਰਿਸ਼ਤਿਆਂ ਦੇ ਵਿੱਚ ਨਵੇਂ ਰੰਗ ਭਰਦਾ ਹੈ, ਇੱਕ ਤਾਜ਼ਗੀ ਦਿੰਦਾ, ਇੱਕ ਅਹਿਸਾਸ ਦਿੰਦਾ ਹੈ, ਗਿੱਧਿਆਂ ਨਾਲ ਜੁੜਨ ਦਾ ਜਜ਼ਬਾ ਦਿੰਦਾ ਹੈ। ਸੋ ਇਹ ਪਿੜ ਬਹੁਤ ਹੀ ਅਹਿਮ ਨੇ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਅੱਖਰ ਦੇ ਜ਼ਰੀਏ ਇਹਨਾਂ ਪਿੜਾਂ ਨੂੰ, ਇਹਨਾਂ ਰੰਗਾਂ ਨੂੰ ਤੁਹਾਡੇ ਤੱਕ ਲੈ ਕੇ ਆਇਆ ਜਾਵੇ। ਸਾਡੀ ਕੋਸ਼ਿਸ਼ ਜਾਰੀ ਰਹੇਗੀ, ਤੁਸੀਂ ਜੁੜੇ ਰਹਿਣਾ ਅੱਖਰ ਦੇ ਨਾਲ। ਫਿਲਹਾਲ ਮੈਨੂੰ ਅਰਪਣ ਕੌਰ ਨੂੰ ਦਿਓ ਆਗਿਆ, ਸਹਿਯੋਗੀ ਕੈਮਰਾਮੈਨ ਵਿਸ਼ਾਲ ਦੇ ਨਾਲ।